जी मैं चमन लाल आल इंडिया 24 न्यूज़ ਤੋਂ ਗੱਲ ਕਰ ਰਹੇ जी। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਿਸਾਨ ਖੇਤੀ ਆਰਡੀਨੈਂਸ ਬਿੱਲ ਦੇ ਉੱਪਰ। ਅੱਜ ਸਾਡੇ ਨਾਲ ਗੱਲ ਕਰਨ ਲਈ ਮੌਜੂਦ ਨੇ ਲੋਕ ਇਨਸਾਫ ਪਾਰਟੀ ਤੋਂ ਸਰਬਜੀਤ ਸਿੰਘ ਜੀ ਹੈਰੀ, ਯੂਥ ਡਿਸਟ੍ਰਿਕਟ ਪ੍ਰੈਜ਼ੀਡੈਂਟ। ਆਓ ਉਹਨਾਂ ਨਾਲ ਗੱਲ ਕਰਦੇ ਹਾਂ, ਇਹਨਾਂ ਦਾ ਕੀ ਨਜ਼ਰੀਆ ਕਿਸਾਨ ਖੇਤੀ ਆਰਡੀਨੈਂਸ ਬਿੱਲ ਦੇ ਉੱਪਰ। ਸਰਬਜੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਆਲ ਇੰਡੀਆ 24 ਚੈਨਲ ਦੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਆ। ਜਿਹੜੇ ਇਹ ਆਰਡੀਨੈਂਸ ਅੱਜ ਕੇਂਦਰ ਸਰਕਾਰ ਨੇ ਪਾਸ ਕੀਤੇ ਆ, ਇਹ ਆਰਡੀਨੈਂਸ ਨਹੀਂ ਆ, ਇਹ ਕਿਸਾਨ ਮਾਰੂ ਨੀਤੀਆਂ ਦੇ ਤਹਿਤ ਕਿਸਾਨਾਂ ਦੇ ਹੱਥਾਂ 'ਚ ਜਿਹੜੇ ਮੌਤ ਦੇ ਸਰਟੀਫਿਕੇਟ ਫੜਾਏ ਗਏ ਆ ਵੀ ਆਉਣ ਵਾਲੇ ਦਿਨਾਂ 'ਚ ਜਿੱਥੇ ਪੰਜਾਬ 'ਚ ਪਹਿਲਾਂ ਹੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਨਹੀਂ ਰੁਕ ਰਹੀਆਂ ਸੀ, ਹੁਣ ਇਹਦੇ 'ਚ ਵਾਧਾ ਕਰਨ ਦੀ ਜਿਹੜੀ ਕੇਂਦਰ ਵੱਲੋਂ ਆਪਣਾ ਪਹਿਲ ਕਦਮੀ ਕੀਤੀ ਗਈ। ਹੁਣ ਜਿਸ ਤਰ੍ਹਾਂ ਦੇਖਿਆ ਜਾਏ, ਕਿਸਾਨ ਦੇ ਨਾਲ ਹਰ ਵਰਗ, ਵਪਾਰੀ ਵਰਗ ਇਸ ਵੇਲੇ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੋਇਆ ਔਰ ਬੀਜੇਪੀ ਕਹਿ ਰਹੀ ਹੈ ਵੀ ਜਿਹੜਾ ਇਹ ਬਿੱਲ ਹੈ ਇਹ ਕਿਸਾਨਾਂ ਦੇ ਹੱਕ ਵਿੱਚ ਜਾ ਰਿਹਾ। ਤੁਹਾਡਾ ਇਸ ਦੇ ਉੱਪਰ ਕੀ ਨਜ਼ਰੀਆ? ਦੇਖੋ ਜੀ, ਜੇ ਤੇ ਕਿਸਾਨਾਂ ਦੇ ਹੱਕ 'ਚ ਇਹ ਬਿੱਲ ਜਾ ਰਿਹਾ ਤਾਂ ਫਿਰ ਵਪਾਰੀ ਵਰਗ, ਜਿਸ ਨੂੰ ਕਿਸਾਨ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ, ਜਿਸ ਨੇ ਉਹ ਬਸ ਉਸ ਦੀ ਆਮਦ ਖਰੀਦਣੀ ਸੀ ਅਤੇ ਆਮਦ ਦੇ ਅੱਗੋਂ ਮੁਨਾਫਾ ਕਮਾ ਕੇ ਅੱਗੇ ਵੇਚਣਾ ਸੀ, ਜੇ ਉਹੀ ਵਰਗ ਅੱਜ ਕਿਸਾਨਾਂ ਦੇ ਹੱਕ ਦੇ 'ਚ ਹਾ ਦਾ ਨਾਰਾ ਮਾਰਦਾ, ਤੁਸੀਂ ਆਪੇ ਕਿਆਸ ਕਰ ਲਓ ਵੀ ਅੱਜ ਇਸ ਵੇਲੇ ਸਥਿਤੀ ਜਿਹੜੀ ਕੀ ਹੋਊਗੀ। ਇਸ ਵੇਲੇ ਕਿਸਾਨ ਜਿਹੜਾ ਵਾ ਉਹ ਰੇਲ ਦੇ ਟਰੈਕਾਂ ਦੇ ਉੱਤੇ ਲੰਮੇ ਪਿਆ ਵਾ, ਸੜਕਾਂ ਘੇਰ ਕੇ ਬੈਠਾ ਵਾ, ਸ਼ੰਭੂ ਬੈਰੀਅਰ ਦੇ ਉੱਤੇ ਪਾਣੀ ਦੀਆਂ ਬੁਛਾਰਾਂ ਚੱਲ ਰਿਹਾ, ਡਾਂਗਾਂ ਚੱਲ ਰਿਹਾ, ਅਤੇ ਨਾਲ ਜੇ ਵਪਾਰੀ ਵਰਗ ਆ ਗਿਆ, ਇਹਦਾ ਮਤਲਬ ਆ ਵੀ ਇਹ ਕੇਂਦਰ ਸਰਕਾਰ ਦੀ ਜਿਹੜੀ ਸੋਚੀ ਸਾਜੀ ਜਿਹੜੀ ਸਾਜ਼ਿਸ਼ ਸੀ ਉਹ ਹਰ ਇੱਕ ਵਰਗ ਨੂੰ ਇਸ ਵੇਲੇ ਸਮਝ ਆ ਗਈ ਆ, ਜਿਸ ਵਿੱਚ ਹਰ ਵਰਗ ਇਸ ਮੈਦਾਨ 'ਚ ਕੁੱਦ ਗਿਆ, ਇਸ ਜੰਗ ਦੇ ਵਿੱਚ ਕੁੱਦ ਗਿਆ ਵੀ ਇਹ ਜਿਹੜੇ ਆਰਡੀਨੈਂਸ ਆ ਇਹ ਕਿਸਾਨ ਪੱਖੀ ਨਹੀਂ, ਇਹ ਲੋਕ ਪੱਖੀ ਨਹੀਂ, ਇਹ ਵਪਾਰੀ ਪੱਖੀ ਨਹੀਂ। ਇਸ ਵੇਲੇ ਜਿਹੜਾ ਹਰ ਵਰਗ ਆ ਇਹਨਾਂ ਆਰਡੀਨੈਂਸ ਤੋਂ ਦੁਖੀ ਹੈ, ਇਸ ਲਈ ਉਹ ਇਸ ਮੈਦਾਨ ਵਿੱਚ ਉਮੜਿਆ। ਲੋਕ ਇਨਸਾਫ ਪਾਰਟੀ ਇਹ ਕਿੰਨਾ ਕੁ ਸਹਿਯੋਗ ਕਰੇਗੀ, ਕਿੰਨੀ ਦੇਰ ਖੜੀ ਰਹੇਗੀ ਕਿਸਾਨਾਂ ਦੇ ਨਾਲ? ਦੇਖੋ ਜੀ, ਲੋਕ ਇਨਸਾਫ ਪਾਰਟੀ ਜਿਹੜੀ ਹੈ ਸ਼ੁਰੂ ਤੋਂ ਹੀ ਕਿਸਾਨ ਪੱਖੀ ਪਾਰਟੀ ਰਹੀ ਆ, ਅਤੇ ਜਦੋਂ ਤੱਕ ਇਹ ਕਿਸਾਨਾਂ ਦੀ ਜੰਗ ਚੱਲ ਰਹੀ ਆ, ਚਾਹੇ ਉਹ ਰੇਲ ਦੇ ਟਰੈਕਾਂ 'ਤੇ ਹੋਵੇ, ਚਾਹੇ ਉਹ ਸ਼ੰਭੂ ਬੈਰੀਅਰ 'ਤੇ ਹੋਵੇ, ਅਤੇ ਚਾਹੇ ਉਹ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਹੋਵੇ, ਜਿਹੜੀ ਲੋਕ ਇਨਸਾਫ ਪਾਰਟੀ ਆ, ਸਰਦਾਰ ਸਿਮਰਜੀਤ ਸਿੰਘ ਬੈਂਸ ਦੇ ਜਿਹੜੇ ਨੇ, ਉਹਨਾਂ ਨੇ ਸਾਨੂੰ ਆਦੇਸ਼ ਦਿੱਤੇ ਨੇ ਵੀ ਜਿੱਥੇ ਵੀ ਕਿਤੇ ਕਿਸਾਨਾਂ ਨੂੰ, ਨੌਜਵਾਨਾਂ ਦੀ ਜ਼ਰੂਰਤ ਪੈਂਦੀ ਆ, ਸਾਡੇ ਲੋਕਾਂ ਦੀ ਬਾਂਹ ਫੜਨ ਦੀ ਜ਼ਰੂਰਤ ਪੈਂਦੀ ਆ, ਉੱਥੇ ਵੱਧ ਚੜ੍ਹ ਕੇ ਅੱਗੇ ਹੋ ਕੇ ਤੁਸੀਂ ਉਹਨਾਂ ਦਾ ਸਾਥ ਦਿਓ। ਅਤੇ ਜਦੋਂ ਤੱਕ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੁੰਦਾ, ਅਸੀਂ ਜਿਹੜੀ ਸਾਡੀ ਲੋਕ ਇਨਸਾਫ ਪਾਰਟੀ ਹੈ ਇਹ ਉਹਨਾਂ ਦੀ ਲੜਾਈ ਦੇ ਮੈਦਾਨ ਦੇ ਵਿੱਚ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ। ਲੋਕ ਇਨਸਾਫ ਪਾਰਟੀ ਦੇ ਕੁਝ ਵਰਕਰਾਂ ਦੇ ਕੱਲ੍ਹ ਪਰਸੋਂ ਪੁਲਿਸ ਵੱਲੋਂ ਜਾਤੀ ਹੋਏਗੀ ਜਾਂ ਉਹਨਾਂ ਨੂੰ ਅੰਦਰ ਕੀਤਾ ਗਿਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਲੋਕ ਇਨਸਾਫ ਪਾਰਟੀ ਦੇ ਜੇ ਅਸੀਂ ਗੱਲ ਕਰੀਏ, ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਕੋਈ ਲੜਾਈ ਦੇ ਮੈਦਾਨ 'ਚ ਤਾਂ ਲੋਕ ਇਨਸਾਫ ਪਾਰਟੀ ਆ, ਉਹਦੇ ਹਰ ਇੱਕ ਮਸਲੇ ਦੇ ਉੱਤੇ ਪੂਰਾ ਸਟੈਂਡ ਆ। ਜਦੋਂ ਪੂਰਾ ਸਟੈਂਡ ਹੁੰਦਾ, ਪ੍ਰਸ਼ਾਸਨ ਨੇ ਜਿਹੜੀਆਂ ਲੱਤਾਂ ਜਦੋਂ ਕੰਬਦੀਆਂ ਉਹ ਹਰ ਹੀਲਾ ਵਰਤਦੀ ਆ, ਸਾਡੇ ਦੋਸਤਾਂ ਦੇ ਉੱਤੇ, ਸਾਡੇ ਸਾਥੀਆਂ ਦੇ ਉੱਤੇ ਡਾਂਗ ਵਰਾਉਣ ਦੀ ਵੀ ਕੋਸ਼ਿਸ਼ ਕਰਦੀ ਆ। ਜਿਵੇਂ ਤੁਸੀਂ ਕੈਪਟਨ ਸਾਹਿਬ ਦੇ ਵੇਖਿਆ ਵੀ ਸਾਡੇ 'ਤੇ ਡਾਂਗਾਂ ਵਰਾਈ ਗਈਆਂ, ਸ਼ੰਭੂ ਬੈਰੀਅਰ 'ਤੇ ਪਾਣੀ ਵਰਾਇਆ ਗਿਆ। ਪਰ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਵਾ ਉਹ ਸਾਡੇ ਜਿਹੜੇ ਹੌਸਲੇ ਆ ਉਹ ਜਿਹੜੇ ਬਹੁਤ ਬੁਲੰਦ ਆ, ਉਹਨਾਂ ਨੂੰ ਨਾਕਾਮ ਨਹੀਂ ਕਰ ਸਕਦੀਆਂ। ਸਾਨੂੰ ਕੋਈ ਜੇਲ੍ਹਾਂ ਦਾ ਡਰ ਨਹੀਂ, ਜਿਹੜੇ ਸੰਘਰਸ਼ਾਂ ਲਈ ਲੜਦੇ ਉਹਨਾਂ ਨੂੰ ਜੇਲ੍ਹਾਂ ਤੋਂ ਡਰ ਨਹੀਂ ਹੁੰਦਾ। ਨਾ ਸਾਨੂੰ ਡਾਂਗਾਂ ਦਾ ਡਰ ਆ, ਅਤੇ ਨਾ ਸਾਨੂੰ ਪਾਣੀ ਦਾ ਡਰ ਆ, ਅਤੇ ਨਾ ਸਾਨੂੰ ਜੇਲ੍ਹਾਂ ਦਾ ਡਰ ਆ। ਜਦੋਂ ਤੱਕ ਲੋਕਾਂ ਦੀ ਲੜਾਈ ਆ, ਅਸੀਂ ਵੱਧ ਚੜ੍ਹ ਕੇ ਅੱਗੇ ਹੋ ਕੇ ਲੜਾਂਗੇ। ਕਾਂਗਰਸ ਵੱਲੋਂ ਕਿਹਾ ਜਾ ਰਿਹਾ ਵੀ ਅਸੀਂ ਹੁਣ ਕਿਸਾਨਾਂ ਦੇ ਨਾਲ ਆ, ਜਾਂ ਟਰੈਕਟਰ ਰੈਲੀਆਂ ਕੀਤੀਆਂ ਜਾ ਰਹੀਆਂ। ਜਦੋਂ ਇਹ ਬਿੱਲ ਪਾਸ ਹੋਇਆ ਸੀ ਕਿ ਉਦੋਂ ਕਾਂਗਰਸ ਪਾਰਲੀਮੈਂਟ ਦੇ ਵਿੱਚ ਨਹੀਂ ਸੀ? ਦੇਖੋ ਜੀ, ਟਰੈਕਟਰਾਂ ਉੱਤੇ ਸੋਫੇ ਲਗਾ ਕੇ, ਜਿਹੜੀਆਂ ਗੱਦੀਆਂ, ਨਰਮ ਗੱਦੀਆਂ ਦੇ ਉੱਤੇ ਬਹਿ ਕੇ ਉਹ ਕਿਸਾਨਾਂ ਦੀ ਹਮਾਇਤ ਕਰਦੇ ਆ। ਜਿਹੜੇ ਕਿਸਾਨ ਵਿਚਾਰੇ ਸੱਪਾਂ ਦੀਆਂ ਸਿਰੀਆਂ ਫਹਿੰਦੇ ਆ, ਜਿਹੜੇ ਆਪਣੇ ਕਿਸਾਨ ਇੱਕ ਦਾਣੇ ਤੋਂ ਇੱਕ ਅੰਨ ਦਾ ਭੰਡਾਰ ਬਣਾਉਂਦੇ ਆ। ਹੈਰੀ ਜੀ, ਜਿਹੜਾ ਕਿ ਪੁਰਾਣੀ ਮੰਡੀਕਰਨ ਬੰਦ ਕਰਕੇ ਨਵੀਂ ਪ੍ਰਾਈਵੇਟ ਮੰਡੀਕਰਨ ਸ਼ੁਰੂ ਕਰਨ ਲੱਗੇ ਨੇ, ਇਹਨੂੰ ਤੁਸੀਂ ਆਪਣੇ ਕਿਸ ਨਜ਼ਰੀਏ ਨਾਲ ਦੇਖਦੇ ਹੋ? ਦੇਖੋ ਜੀ, ਪਹਿਲਾਂ ਕਿਸਾਨ ਜਿਹੜਾ ਵਾ ਉਹ ਮਾਰਕੀਟ ਕਮੇਟੀ ਦੇ ਅੰਡਰ ਜਿਹੜੀ ਸੀ ਉਹ ਆਪਣੀ ਜਿਣਸ
ਦਾ ਭਾਅ ਪਾਉਂਦਾ ਸੀ ਤੇ ਉਹ ਮਾਰਕੀਟ ਕਮੇਟੀ ਜਿਹੜੀ ਉਹਦੀ ਹਿਫਾਜ਼ਤ ਕਰਦੀ ਸੀ, FCI ਉਹਦੀ ਹਿਫਾਜ਼ਤ ਕਰਦੀ ਸੀ। ਅੱਜ ਕੀ ਹੋਣਾ ਵੀ ਉਹਨਾਂ ਨੇ ਕਿਹਾ ਵੀ ਮੰਡੀ ਦੇ ਬਾਹਰ ਇੱਕ ਹੋਰ ਮੰਡੀ ਲੱਗੇਗੀ। ਮੰਡੀ ਦੇ ਬਾਹਰ ਮੰਡੀ ਕਿਉਂ ਲਾਉਣੀ ਆ ਉਹਨਾਂ ਨੇ? ਪਹਿਲਾਂ ਕਿਸਾਨਾਂ ਨੂੰ ਆਪਣੇ ਭਾਚੇ 'ਚ ਲੈਣਾ ਵਾ। ਜੇ ਤੁਹਾਡਾ ਮੰਨ ਲਓ ਵੀ ਰੇਟ ਅੰਦਰ ਜਿਹੜਾ ਮੰਡੀ ਦੇ 1000 ਰੁਪਇਆ ਲੱਗਦਾ ਤੇ ਬਾਹਰ ਉਹ ਤੁਹਾਨੂੰ 1100 ਰੁਪਇਆ ਦੇਣਗੇ। ਪਰ ਮੈਂ ਕਿਸਾਨ ਵੀਰਾਂ ਨੂੰ ਇਹ ਬੇਨਤੀ ਕਰੂੰਗਾ ਵੀ ਉਹ ਜਿਹੜੀ 1100 ਖਰੀਦਣ ਵਾਲਾ ਵਾ ਉਹਦੇ ਕੋਲ ਸਿਰਫ ਇੱਕ ਪੈਨ ਕਾਰਡ ਤੇ ਇੱਕ ਆਧਾਰ ਕਾਰਡ ਹੋਏਗਾ, ਉਹਦੇ ਕੋਲ ਹੋਰ ਕੋਈ ਸਰਟੀਫਿਕੇਟ ਨਹੀਂ ਹੋਏਗਾ। ਕੱਲ੍ਹ ਨੂੰ ਜਦੋਂ 2 ਸਾਲਾਂ ਬਾਅਦ ਤੁਸੀਂ ਉਹ ਜਿਣਸ ਜਿਹੜੀ ਬਾਹਰ ਦੇਣੀ ਸ਼ੁਰੂ ਕਰ ਦਿੱਤੀ ਤੇ ਜਦੋਂ ਮੰਡੀ ਦੇ ਵਿੱਚ ਜਿਣਸ ਉਹ ਨਾ ਗਈ, FCI ਨੂੰ ਨਾ ਦਿੱਤੀ, ਮੰਡੀਕਰਨ ਨੂੰ ਨਾ ਦਿੱਤੀ, ਉਹਨਾਂ ਨੇ ਜਦੋਂ 2 ਸਾਲਾਂ ਬਾਅਦ ਉਹਦਾ ਡਾਟਾ ਖੰਗਾਲਣਾ, ਜਦੋਂ ਉਹਦਾ ਨਿੱਲ ਨਿਕਲਣਾ ਤੇ ਉਹਨਾਂ ਨੇ ਇਹਨਾਂ ਨੂੰ ਚਿੱਟੇ ਹੱਥੀ ਕਹਿਣਾ ਵੀ ਇਹ ਸਾਡੇ ਜਾਨ ਦਾ ਖੌਅ ਬਣ ਗਿਆ। ਦੋਵੇਂ ਡਿਪਾਰਟਮੈਂਟ, ਇਹਨਾਂ ਡਿਪਾਰਟਮੈਂਟਾਂ ਨੂੰ ਖਤਮ ਕੀਤਾ ਜਾਵੇ। ਜਦ ਕਿ ਇਹ ਡਿਪਾਰਟਮੈਂਟ ਜਿਹੜੇ ਕਿਸਾਨ ਦੇ ਰਾਖੇ ਸੀ, ਜੇ ਕਿਸਾਨ ਦੀ ਜਿਣਸ ਉੱਥੇ ਵਿਕਦੀ ਸੀ, ਜੇ ਕਿਸਾਨ ਕੋਰਟ 'ਚ ਚੈਲੰਜ ਕਰਦਾ ਸੀ ਤੇ ਉਹਦਾ ਰਿਕਾਰਡ ਖੰਗਾਲਿਆ ਜਾਂਦਾ ਸੀ ਤੇ ਰਿਕਾਰਡ ਜਿਹੜਾ ਖੰਗਾਲ ਕੇ ਉਹਦਾ ਵੇਖਿਆ ਜਾਂਦਾ ਸੀ ਕੀ ਰੇਟ ਲੱਗਾ, ਉਹਦੇ ਅਕੋਰਡਿੰਗ ਜਿਹੜਾ ਵਾ ਉਹ ਕੋਰਟ ਦੇ ਵਿੱਚ ਫੈਸਲਾ ਹੁੰਦਾ ਸੀ। ਜਦ ਕਿ ਇਹਨਾਂ ਨੇ ਕੋਰਟ ਦੇ ਫੈਸਲੇ ਨੂੰ ਵੀ ਜਿਹੜਾ ਨਕਾਰ ਕਰਤਾ, ਇਹਨਾਂ ਨੇ SDM ਦੇ ਹੱਥ ਦੇ ਦਿੱਤਾ। SDM ਵੀ ਜਿਹੜੇ BJP ਦੇ ਹੀ ਕਰਿੰਦੇ ਹੋਣਗੇ। ਜਦੋਂ ਕਿਸਾਨ ਦਾ ਉੱਥੇ ਕੁਰਬ ਰੋਲਿਆ ਜਾਊਗਾ, ਕਿਸਾਨ ਦੀ ਜਿਹੜੀ ਨਸਲ ਖੁੰਝੀ ਕੀਤੀ ਜਾਊਗੀ, ਜਦੋਂ ਉਹਦੀ ਜਿਹੜੀ ਜਿਣਸ ਦਾ ਭਾਅ ਮਨ ਮਰਜ਼ੀ ਨਾਲ, ਜਦੋਂ FCI ਖਤਮ ਹੋ ਜੂ, ਮੰਡੀਕਰਨ ਖਤਮ ਹੋ ਜੂ, ਉਹਦੀ ਜਿਣਸ ਦਾ ਭਾਅ ਮਨ ਮਰਜ਼ੀ ਨਾਲ ਲੱਗਣ ਲੱਗ ਜੂ, ਉਸ ਵੇਲੇ ਕਿਸਾਨ ਜਿਹੜਾ ਆਪਣੀ ਜ਼ਮੀਨ ਵੇਚਣ ਨੂੰ ਵੀ ਤਿਆਰ ਹੋ ਜੂ। ਉਦੋਂ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਇਹਨਾਂ ਦੇ ਦਲਾਲ ਹੋਣਗੇ ਵੀ ਅਸੀਂ ਤੁਹਾਡੀ ਜਿਹੜੀ ਆ ਪੈਲੀ ਜਿਹੜੀ ਆ ਜ਼ਮੀਨ ਹੈ ਜਿਹੜੀ ਉਹ ਆਪਾਂ ਠੇਕੇ ਤੇ ਲਵਾਂਗੇ, ਠੇਕੇ ਤੇ ਲੈ ਕੇ ਠੇਕਾ ਉਦੋਂ ਕੀ ਹੋਊਗਾ 60,000 ਰੁਪਏ ਠੇਕਾ ਨਹੀਂ ਹੋਊਗਾ, ਉਦੋਂ 15-15,000 ਰੁਪਏ ਤੇ ਸਾਡੇ ਕਿਸਾਨ ਜਿਹੜੇ ਆ ਉਹ ਵੱਧ ਚੜ੍ਹ ਕੇ ਆਪਣੀਆਂ ਜ਼ਮੀਨਾਂ ਦੇਣਗੇ ਜਦੋਂ ਉਹਨਾਂ ਦੀ ਜਿਣਸ ਦਾ ਮੁੱਲ ਨਹੀਂ ਪਊ। ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰ, ਕਿਸਾਨ ਭਰਾਓ, ਪ੍ਰਾਈਵੇਟ ਕਿਤੇ ਵੀ ਤੁਸੀਂ ਇਹ ਜਿਹੜੀ ਜਿਣਸ ਨਹੀਂ ਦੇਣੀ, ਤੁਸੀਂ ਸਰਕਾਰੀ ਮੰਡੀਆਂ 'ਚ ਜਿਣਸ ਦੇਣੀ ਆ। ਜਦ ਕਿ ਇਹ ਸਰਕਾਰੀਆਂ ਮੰਡੀਆਂ ਦਾ ਫਾਇਦਾ ਤੁਹਾਡੇ ਪਿੰਡਾਂ ਨੂੰ ਵੀ ਆ, ਇਹਦੇ ਨਾਲ ਪਿੰਡ ਵਿਕਾਸ ਦਰ ਜਿਹੜੀ ਉਹ ਵੱਧਦੀ ਆ। ਜਿਹੜੀਆਂ ਤੁਹਾਡੇ ਸੜਕਾਂ ਬਣੀਆਂ ਪਿੰਡਾਂ ਦੇ ਵਿੱਚ, ਜਿਹੜੇ ਸਕੂਲ ਤੁਹਾਡੇ ਉੱਥੇ ਬਣਿਆ, ਜਿਹੜੀਆਂ ਡਿਸਪੈਂਸਰੀਆਂ ਬਣੀਆਂ, ਉਹ ਇਹ ਖੇਤੀ ਦੇ ਵਿੱਚੋਂ ਤੁਹਾਡੇ ਪੈਸਿਆਂ ਤੋਂ ਉੱਥੇ ਲੱਗਦੇ ਆ। ਜੇ ਇਹ ਪ੍ਰਾਈਵੇਟ ਹੱਥਾਂ ਚਲੇ ਗਈਆਂ, ਤੁਹਾਡੇ ਪਿੰਡਾਂ ਦਾ, ਤੁਹਾਡੀਆਂ ਗਲੀਆਂ ਦਾ, ਤੁਹਾਡੇ ਸੜਕਾਂ ਦਾ ਉੱਥੇ ਬੁਰਾ ਹਾਲ ਹੋ ਜਾਣਾ ਤੇ ਤੁਹਾਡੇ ਨਿਆਣੇ ਜਿਹੜੇ ਆ ਉਹ ਵਿੱਦਿਆ ਤੋਂ ਵੀ ਖੁੰਝ ਜਾਣੇ ਆ। ਤੇ ਜਿਹੜੀ ਮਾੜੀ ਮੋਟੀ ਤੁਹਾਨੂੰ ਸਿਹਤ ਸਹੂਲਤ ਉੱਥੇ ਮਿਲਦੀ ਹੈ ਡਿਸਪੈਂਸਰੀਆਂ 'ਚ ਮੌਕੇ 'ਤੇ ਫੌਰੀ ਤੌਰ 'ਤੇ, ਉਹ ਵੀ ਤੁਹਾਡੇ ਕੋਲ ਖੋਈ ਜਾਣੀ ਆ। ਜੇ ਅੱਜ ਦਾ ਵੇਲਾ ਤੁਸੀਂ ਸਾਂਭ ਗਏ ਇਹਨਾਂ ਪ੍ਰਾਈਵੇਟ ਕੰਪਨੀਆਂ ਨੂੰ, ਇਹਨਾਂ ਸੈਕਟਰਾਂ ਨੂੰ ਭਜਾਤਾ ਤੇ ਫਿਰ ਤੁਸੀਂ ਜਿਹੜਾ ਵਾ ਪੰਜਾਬ ਦੇ ਪਹਿਲਾਂ ਵਰਗੇ ਬਾਦਸ਼ਾਹ ਬਣ ਜਾਓਗੇ। ਨਹੀਂ ਤੇ ਕਿਸਾਨ ਜਿਹੜਾ ਵਾ ਉਹ ਸਾਨੂੰ ਸ਼ਰੇਆਮ ਸੜਕਾਂ, ਗਲੀਆਂ, ਮੁਹੱਲਿਆਂ ਦੇ ਵਿੱਚ ਟਾਲੀਆਂ ਨਾਲ, ਧਰੇਕਾਂ ਨਾਲ, ਜਿਹਨੂੰ ਪੁੱਤ ਕਿਹਾ ਜਾਂਦਾ, ਟਾਲੀ ਨੂੰ, ਧਰੇਕ ਨੂੰ ਧੀ ਕਿਹਾ ਜਾਂਦਾ, ਉਹਨਾਂ ਧਰੇਕਾਂ ਨਾਲ ਸਾਨੂੰ ਫਾਹੇ ਲੱਗੇ ਮਿਲਣਗੇ ਤੇ ਉਹਨਾਂ ਦੀਆਂ ਲਾਸ਼ਾਂ ਚੁੱਕਣ ਵਾਲਾ ਕੋਈ ਨਹੀਂ ਹੋਊਗਾ। ਹਾਂਜੀ ਹੈਰੀ ਜੀ, ਆਪਾਂ ਬੀਬਾ ਹਰਸਿਮਰਤ ਕੌਰ ਦੇ ਅਸਤੀਫੇ ਨੂੰ ਕਿਸ ਤਰ੍ਹਾਂ ਦੇਖਦੇ ਹਾਂ, ਔਰ ਦੂਸਰਾ ਜਿਹੜਾ NDA ਦੇ ਨਾਲ ਗੱਠਜੋੜ ਤੋੜਿਆ ਗਿਆ ਉਹਦੇ ਉੱਪਰ ਕੀ ਕਹਿਣਾ ਚਾਹੋਗੇ? ਦੇਖੋ ਜੀ, ਤੁਸੀਂ ਇਹ ਸਵਾਲ ਜਿਹੜਾ ਵਾ ਤਕਰੀਬਨ ਸਾਰੇ ਹੀ ਚੈਨਲਾਂ 'ਤੇ ਚੱਲ ਰਿਹਾ ਤੇ ਸਾਰੇ ਹੀ ਲੋਕਾਂ ਨੂੰ ਇਹਦਾ ਜਵਾਬ ਪਤਾ ਵੀ ਇੱਕ ਸਿਰਫ ਸੋਚੀ ਸਾਜੀ ਜਿਹੜੀ ਸਾਜ਼ਿਸ਼ ਕੀਤੀ ਗਈ ਆ। ਜਦੋਂ ਇਹ ਪਹਿਲਾਂ ਵੀ ਇਹ ਕਾਂਗਰਸ 'ਤੇ ਵੀ ਲਾਗੂ ਆ ਗੱਲ ਤੇ ਅਕਾਲੀ ਦਲ 'ਤੇ ਵੀ ਲਾਗੂ ਹੈ। ਦੋ ਹੀ ਪਾਰਟੀਆਂ ਜਿਹੜੀਆਂ ਧਿਰਾਂ ਸੀਗੀਆਂ ਪੰਜਾਬ ਦੀਆਂ, ਪੰਜਾਬ ਦੇ ਲੋਕਾਂ ਨੇ ਚੁਣ ਕੇ ਨੁਮਾਇੰਦੇ ਭੇਜੇ ਸੀ, ਉਹਨਾਂ ਨੁਮਾਇੰਦਿਆਂ ਨੇ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਗੱਦਾਰੀ ਕੀਤੀ ਆ। ਜਦ ਕਿ 7 ਤਰੀਕ ਤੋਂ ਪਹਿਲਾਂ ਜਿਹੜੇ ਇਹਨਾਂ ਦੇ ਬਿਆਨ ਸੁਣ ਲਓ, ਉਹਨਾਂ ਦੇ ਵਿੱਚ ਇਹ ਕਹਿ ਰਿਹਾ ਵੀ ਜਿਹੜੀ ਇਹ ਬਿੱਲ ਬਹੁਤ ਵਧੀਆ ਨੇ। ਵੱਡੇ ਬਾਦਲ ਸਾਹਿਬ ਵੀ, ਜਿਨ੍ਹਾਂ ਦੀ ਉਮਰ ਤਕਰੀਬਨ 100 ਸਾਲ ਹੋ ਗਈ, ਉਹਨਾਂ ਨੇ 100 ਸਾਲ ਦੀ ਜਿਹੜੀ ਰਾਜਨੀਤੀ ਕੀਤੀ ਆ, ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਵੀ ਇਹ ਕਿਸਾਨ ਮਾਰੂ ਬਿੱਲ ਨਹੀਂ ਹੈ, ਕਿਸਾਨ ਹਮਾਇਤੀ ਬਿੱਲ ਆ। ਵੱਡੇ ਬਾਦਲ ਸਾਹਿਬ ਤੋਂ ਬਾਅਦ ਛੋਟੇ ਬਾਦਲ ਸਾਹਿਬ ਵੀ ਇਹ ਤਾਣ ਕੇ ਕਹਿੰਦੇ ਆ ਵੀ ਇਹ ਜਿਹੜੇ ਕਿਸਾਨ ਮਾਰੂ ਨੀਤੀ ਨਹੀਂ, ਕਿਸਾਨਾਂ ਦੇ ਹੱਕ ਦੀ ਗੱਲ ਆ। ਫਿਰ ਹਰਸਿਮਰਤ ਬੀਬਾ ਵੀ ਇਹੀ ਦੁਬਾਰਾ ਬਿਆਨ ਦਿੰਦੀ ਆ। ਪਰ ਜਦੋਂ ਲੋਕ ਸੜਕਾਂ 'ਤੇ ਆਉਂਦੇ ਆ, ਉਹਨਾਂ ਨੂੰ ਆਪਣੀ ਕੁਰਸੀ ਨੂੰ ਜਾਲੇ ਲੱਗਦੇ ਦਿਖਦੇ ਆ। ਉਹ ਜਾਲੇ ਜਿਹੜੇ ਆ ਉਹਨਾਂ ਨੂੰ ਹਟਾਉਣ ਵਾਸਤੇ, ਲੋਕਾਂ 'ਚ ਆਪਣਾ ਰੁਤਬਾ ਕਾਇਮ ਰੱਖਣ ਵਾਸਤੇ ਜਾਣ ਬੁੱਝ ਕੇ ਇੱਕ ਰੈਲੀ ਰੱਖੀ ਜਾਂਦੀ ਆ। ਜਦ ਕਿ ਕਿਸਾਨਾਂ ਨੇ ਪਹਿਲਾਂ ਹੀ ਚੱਕਾ ਜਾਮ ਕਰਨ ਦਾ ਪ੍ਰੋਗਰਾਮ ਤੈਅ ਕੀਤਾ ਹੁੰਦਾ ਤੇ ਉਹਦੇ ਨਾਲ ਹੀ ਉਹਦੇ ਵਿੱਚ ਹੀ ਜਿਹੜਾ ਵਾ ਉਹਨਾਂ ਨੇ ਪ੍ਰੋਗਰਾਮ ਰੱਖ ਲਿਆ ਜਾਂਦਾ। ਇਹ ਸਿਰਫ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਦੀ, ਪੰਜਾਬ ਦੇ ਜੋ ਇਹਨਾਂ ਦੀ ਫਿਤਰਤ ਆ ਵੀ ਪਿੱਠ ਪਿੱਛੇ ਛੁਰਾ ਮਾਰਨਾ, ਇਹ ਲੋਕਾਂ ਦੇ ਪਿੱਠ ਦੇ ਪਿੱਛੇ ਛੁਰਾ ਮਾਰ ਰਹੇ ਆ। ਹੈਰੀ ਸਾਹਿਬ ਜੀ, ਜਿਹੜਾ ਇਸ ਵੇਲੇ ਕਿਸਾਨ 31 ਜਥੇਬੰਦੀਆਂ ਦੇ ਨਾਲ
ਅੱਜ ਪੰਜਾਬੀ ਸਿੰਗਰ ਵੀ ਸਾਰੇ ਇਕੱਠਾ ਹੋ ਕੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਬਿਲਕੁਲ ਹਿੱਕ ਤਾਣ ਕੇ ਖੜੇ ਨੇ। ਉਹ ਖੁਦ ਕਿਸਾਨਾਂ ਨੂੰ ਕਹਿ ਰਹੇ ਨੇ ਵੀ ਅਸੀਂ ਕਿਸੇ ਸਿਆਸੀ ਪਾਰਟੀ ਵੱਲੋਂ ਨਹੀਂ ਆਏ, ਤੁਸੀਂ ਜਿੱਥੇ ਸਾਡੀ ਡਿਊਟੀਆਂ ਲਾਓਗੇ ਅਸੀਂ ਖੜੇ ਹੋਵਾਂਗੇ। ਇਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਇਹ ਬਹੁਤ ਵਧੀਆ ਗੱਲ ਆ ਕਿ ਜਦੋਂ ਅਸੀਂ ਅੱਜ ਤੋਂ ਪਹਿਲਾਂ ਦੇਖਦੇ ਸੀ ਵੀ ਜਿਹੜੇ ਸਾਡੇ ਬਜ਼ੁਰਗ ਕਿਸਾਨ ਆ ਉਹੀ ਧਰਨੇ ਮੁਜ਼ਾਹਰਿਆਂ 'ਚ ਜਾਂਦੇ ਸੀ, ਪਰ ਇੱਕ ਨਵੀਂ ਚੇਂਜ ਮਿਲੀ ਆ। ਪਹਿਲਾਂ ਮੇਰੇ ਵੀ ਮਨ 'ਚ ਸ਼ੰਕਾ ਸੀਗਾ ਵੀ ਸ਼ਾਇਦ ਇਹਦੀ ਵਾਗਡੋਰ ਜਿਹੜੀ ਹੈ ਕਿਸਾਨਾਂ ਦੀ ਸਿੰਗਰਾਂ ਦੇ ਹੱਥ ਚਲੇਗੀ, ਸ਼ਾਇਦ ਇਹ ਪ੍ਰੋਗਰਾਮ ਫੇਲ ਨਾ ਹੋ ਜਾਵੇ। ਪਰ ਕਿਸਾਨਾਂ ਨੇ ਉਹਨਾਂ ਨੌਜਵਾਨਾਂ ਨੂੰ ਇੰਨਾ ਕੁ ਬੂਸਟ ਕਰਤਾ, ਉਹਨਾਂ ਸਿੰਗਰ ਵੀਰਾਂ ਨੂੰ ਜਿਨ੍ਹਾਂ ਦੇ ਪਿੱਛੇ ਚੰਗਾ ਯੂਥ ਸੀ। ਅੱਜ ਧਰਨੇ ਮੁਜ਼ਾਹਰਿਆਂ 'ਚ ਜਿਹੜਾ ਯੂਥ ਵੇਖਣ ਨੂੰ ਮਿਲ ਰਿਹਾ ਵੱਡੀ ਪੱਧਰ 'ਤੇ, ਕਿਉਂਕਿ ਇਹ ਜਿਹੜੇ ਸਿੰਗਰ ਨੇ ਤਕਰੀਬਨ ਇਹ ਵੀ ਜ਼ਿਮੀਂਦਾਰਾਂ ਨਾਲ ਹੀ ਜੁੜੇ ਹੋਏ ਆ, ਜ਼ਿਮੀਂਦਾਰ ਪਰਿਵਾਰਾਂ 'ਚੋਂ ਆ। ਜੇ ਘਾਣ ਕਿਸਾਨਾਂ ਨਾਲ ਬਜ਼ੁਰਗਾਂ ਨਾਲ ਹੋ ਰਿਹਾ ਤੇ ਅੱਜ ਸਿੰਗਰਾਂ ਨਾਲ ਵੀ ਉਹੀ ਕੁਛ ਵਤੀਰਾ ਜਿਹੜਾ ਵਾ ਉਹ ਹੋਏਗਾ। ਇਸ ਲਈ ਜਿਹੜੀ ਵੱਡੀ ਵਾਗਡੋਰ ਹੈ ਇਸ ਵੇਲੇ ਯੂਥ ਨੂੰ ਪ੍ਰੇਰਨਾ ਦੇਣ ਦੀ, ਉਹ ਇੱਕ ਸਿੰਗਰ ਕੋਲ ਹੀ ਹੈ। ਸਿੰਗਰ ਹੀ ਉਹ, ਕਿਉਂਕਿ ਅੱਜ ਜੇ ਅਸੀਂ ਗੋਲੀਆਂ ਚਲਾਉਣ ਦੀ ਗੱਲ ਕਰਦੇ ਹਾਂ ਤੇ ਸਿੰਗਰਾਂ ਦੇ ਮੂੰਹੋਂ ਨਿਕਲਦੀਆਂ, ਸਾਡੀਆਂ ਧੀਆਂ ਭੈਣਾਂ ਨੂੰ ਗੋਲੀ ਵੱਜਦੀ ਆ ਪੈਲਸਾਂ ਦੇ ਵਿੱਚ ਤੇ ਸਿੰਗਰਾਂ ਦੇ ਗੀਤਾਂ ਤੋਂ ਨਿਕਲਦੀ ਆ। ਜੇ ਮੈਂ ਚਾਹੁੰਦਾ ਵੀ ਇੱਕ ਖੁਸ਼ੀ ਦੀ ਗੱਲ ਆ ਵੀ ਜੇ ਸਿੰਗਰ ਕਿਤੇ ਕਿਸਾਨੀ ਨੂੰ ਬਚਾਉਣ ਵਾਲੇ ਪਾਸੇ ਤੁਰ ਪੈਣ, ਇਹੋ ਜਿਹੇ ਗੀਤ ਲੋਕਾਂ 'ਚ ਜਾਣ ਜੋ ਲੋਕ ਪੱਖੀ ਹੋਣ ਤੇ ਲੋਕਾਂ ਦੇ 'ਚ ਇੱਕ ਵੱਖਰੀ ਚੇਤਨਾ ਪੈਦਾ ਹੋ ਜੇ, ਤੇ ਚੇਤਨਾ ਪੈਦਾ ਹੋ ਕੇ ਕਿ ਇਨਕਲਾਬ ਜਿਹੜਾ ਵੱਡੇ ਪੱਧਰ 'ਤੇ ਆ ਜੇ, ਤੇ ਉਹ ਇਨਕਲਾਬ ਜਿਹੜਾ ਵਾ ਉਹ ਉਸ ਬੀਜੇਪੀ ਦੀਆਂ ਜੜ੍ਹਾਂ ਨੂੰ ਹਿਲਾ ਦੇਵੇ। ਤੇ ਇਸ ਤੋਂ ਵੱਡੀ ਗੱਲ ਕੋਈ ਨਹੀਂ। ਇੱਕ ਚੰਗੀ ਗੱਲ ਆ, ਪੋਜ਼ਿਟਿਵ ਗੱਲ ਆ ਸਾਡੇ ਲਈ ਵੀ ਜਿਹੜਾ ਨਵਾਂ ਇੱਕ ਵੱਖਰਾ ਯੂਥ, ਇੱਕ ਵੱਖਰਾ ਟਰੈਂਡ ਸਿੰਗਰਾਂ ਨੇ ਪੇਸ਼ ਕੀਤਾ, ਉਹ ਵਧਾਈ ਦੇ ਪਾਤਰ ਆ ਤੇ ਅਸੀਂ ਉਹਨਾਂ ਦੀ ਪਿੱਠ ਦੇ ਪਿੱਛੇ ਜਿਹੜਾ ਹੱਥ ਰੱਖਦੇ ਹਾਂ। ਇਹ ਸੀ ਸਾਡੇ ਨਾਲ ਸਰਬਜੀਤ ਸਿੰਘ ਜੀ, ਡਿਸਟ੍ਰਿਕਟ ਯੂਥ ਪ੍ਰਧਾਨ। ਇਹਨਾਂ ਦਾ ਨਜ਼ਰੀਆ ਕੀ ਹੈ ਕਿਸਾਨ ਖੇਤੀ ਆਰਡੀਨੈਂਸ ਦੇ ਉੱਪਰ, ਉਹ ਤੁਸੀਂ ਸੁਣ ਲਿਆ। ਮੈਂ ਚਮਨ ਲਾਲ, ਡੇਲੀ ਨਿਊਜ਼।